गल करदे हां धर्म सोच दी, ਇਹਦੇ 'ਚ ਤੁਹਾਨੂੰ ਕੀ ਲੱਗ ਰਿਹਾ ਹੈ? गड़बड़ तो हुई है ਜੀ यही कारण है कि कैप्टन अमरिंदर सिंह उन्होंने जांच के हुक्म दिते है तो अकाली दल में यह बहुत बड़ा मुद्दा मिल चुका है तो एडा बड़ा पैसा सीगा। अफसोस की गल यह है कि ਜਿਹੜੇ ਮੰਤਰੀ ਦੇ ਉੱਤੇ ਦੋਸ਼ ਲੱਗ ਰਿਹਾ ਉਹ ਖੁਦ ਵੀ ਅਨੁਸੂਚਿਤ ਜਾਤੀਆਂ ਦੇ ਨਾਲ ਸੰਬੰਧਿਤ ਹੈ। ਸੁਨੀਲ ਜਾਖੜ ਉਹ ਨਹੀਂ ਬੋਲ ਰਹੇ ਹੈਗੇ, ਆਸ਼ਾ ਕੁਮਾਰੀ ਉਹਨਾਂ ਨਹੀਂ ਬੋਲ ਰਹੇ। ਤੁਹਾਨੂੰ ਲੱਗ ਰਿਹਾ ਕਿਤੇ ਦਾਲ 'ਚ ਕਾਲਾ ਹੈ? ਇਹ ਹੈ ਹੀ ਹੈ। ਕਈ ਇਹੋ ਜਿਹੇ ਫੈਸਲੇ ਤੇ ਕਈ ਇਹੋ ਜਿਹੀਆਂ ਗਲਤੀਆਂ ਹੋਈਆਂ ਜਿਹਦੇ ਨਾਲ ਜਿਹੜਾ ਆਮ ਵਰਗ ਹੈ, ਗਰੀਬ ਵਰਗ, ਉਹ ਦੂਰ ਨਹੀਂ ਜਾ ਰਿਹਾ ਇਹਦੇ ਤੋਂ ਕਾਂਗਰਸ। ਦੇਖੋ ਗੱਲ ਇਹ ਹੈ, ਜੇ ਕਾਂਗਰਸ ਦੇ ਆਪਾਂ ਗਰੀਬ ਵਰਗ ਦੀ ਗੱਲ ਕਰੀਏ ਸਾਰੇ ਵਰਗ ਹੀ ਇਸ ਤੋਂ ਦੂਰ ਜਾ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਦੀ ਨੌਕਰੀਆਂ ਨਹੀਂ ਮਿਲਣੀਆਂ ਹੈਗੀਆਂ। ਜੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਣਗੀਆਂ ਤਾਂ ਗਰੀਬ ਬੰਦੇ ਨੂੰ ਤੁਸੀਂ ਦੱਸੋ ਕਿਵੇਂ ਮਜ਼ਦੂਰੀ ਮਿਲ ਸਕਦੀ ਹੈ। ਪੰਜਾਬ ਸਰਕਾਰ ਜਿਹੜੀ ਵੀ ਹੁੰਦੀ ਹੈ ਦਰਸ਼ਨ ਜੀ, ਉੱਥੇ ਭਾਵੇਂ ਕਾਂਗਰਸ ਦੀ ਭਾਵੇਂ ਅਕਾਲੀ ਦਲ ਦੀ ਸਰਕਾਰ ਹੋਵੇ, ਗਰੀਬਾਂ ਨੂੰ ਭਿਖਾਰੀ ਜੇ ਬਣਾਤਾ, ਆਟਾ ਦਾਲ ਦੇ ਦਿਓ, ਉਹਨਾਂ ਨੂੰ ਨੌਕਰੀਆਂ ਨਹੀਂ ਦੇਣੀਆਂ। ਤਾਂ ਫਿਰ ਫਾਇਦਾ ਕੀ ਹੈ? ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਘਰ ਘਰ ਰੁਜ਼ਗਾਰ ਦੇਵਾਂਗੇ, ਪਰ ਉਹ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਹੈ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਰਕਾਰ ਦੇ ਲਈ ਇਸ ਨੂੰ ਖਮਿਆਜਾ ਭੁਗਤਣਾ ਪੈ ਸਕਦਾ। ਜ਼ਮੀਰ ਟੀਵੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਵੰਤ ਸਿੰਘ ਗਗਨਪੁਰੀ ਵੱਲੋਂ ਸਤਿ ਸ਼੍ਰੀ ਅਕਾਲ। ਹਰ ਵਾਰ ਦੀ ਤਰ੍ਹਾਂ ਅੱਜ ਫਿਰ ਮੇਰੇ ਨਾਲ ਨੇ ਸਰਦਾਰ ਦਰਸ਼ਨ ਸਿੰਘ ਦਰਸ਼ਕ, ਸੀਨੀਅਰ ਪੱਤਰਕਾਰ ਤੇ ਸਿਆਸੀ ਟਿੱਪਣੀਕਾਰ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਦਰਸ਼ਨ ਜੀ ਦਾ। ਦਰਸ਼ਨ ਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ 2-3 ਮੁੱਦੇ ਡਿਸਕਸ ਕਰਨ ਵਾਲੇ ਆ। ਸਭ ਤੋਂ ਪਹਿਲਾਂ ਮੰਤਰੀ ਧਰਮਸੋਤ ਜਿਹਦੇ ਉੱਤੇ ਦੋਸ਼ ਲੱਗ ਰਿਹਾ ਕਿ ਉਹਨਾਂ ਨੇ 64 ਕਰੋੜ ਰੁਪਏ ਵਜ਼ੀਫੇ ਦੇ ਖਾ ਲਏ। ਜੀ। ਦੂਜਾ ਮੁੱਦਾ ਹੈ ਕਿ ਕਿਸਾਨ ਤੇ ਮਜ਼ਦੂਰ ਜਿਹੜੇ ਆ ਉਹ ਜਿਹੜੀਆਂ ਖੁਦਕੁਸ਼ੀਆਂ ਕਰ ਰਹੇ ਉਹਨਾਂ 'ਚ ਵਾਧਾ ਹੋ ਰਿਹਾ। ਤੇ ਤੀਸਰਾ ਮੁੱਦਾ ਅੱਜ ਲਵਾਂਗੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਜਿਹੜੇ ਪਹਿਲਾਂ ਗੁੰਮ ਵਿਖਾਏ ਗਏ ਤੇ ਬਾਅਦ 'ਚ ਕੋਈ ਹੋਰ ਹੀ ਕਹਾਣੀ ਨਿਕਲੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਧਰਮਸੋਤ ਦੀ। ਇਹਦੇ 'ਚ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਇਸ ਦੇ ਵਿੱਚ ਕੀ ਲੱਗ ਰਿਹਾ ਤੁਹਾਨੂੰ? ਦੇਖੋ ਗੱਲ ਇਹ ਹੈ ਕਿ ਗੜਬੜ ਤਾਂ ਹੋਈ ਹੈ ਜੀ। ਇਹੀ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਜਾਂਚ ਦੇ ਹੁਕਮ ਦਿੱਤੇ ਹੈ ਤੇ ਅਕਾਲੀ ਦਲ ਨੂੰ ਇਹ ਬਹੁਤ ਵੱਡਾ ਮੁੱਦਾ ਮਿਲ ਚੁੱਕਾ ਹੈ। ਜੀ। ਇਹੀ ਕਾਰਨ ਹੈ ਕਿ ਅਕਾਲੀ ਵਫਦ ਜਿਹੜਾ ਹੈਗਾ ਕੇਂਦਰੀ ਮੰਤਰੀ ਨੂੰ ਵੀ ਮਿਲਿਆ ਤੇ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹ ਕਹਿ ਰਹੇ ਨੇ ਕਿ CBI ਦੀ ਜਾਂਚ ਹੋਣੀ ਚਾਹੀਦੀ ਹੈ ਤੇ ਇਹ ਜਾਂਚ ਇਸ ਗੱਲ ਕਰਕੇ ਵੀ ਬਹੁਤ ਜ਼ਿਆਦਾ ਜ਼ਰੂਰੀ ਹੋ ਗਈ ਹੈ ਕਿਉਂਕਿ ਇਹ ਜਿਹੜੇ SC ਵਿਦਿਆਰਥੀ ਨੇ ਉਹਨਾਂ ਦੇ ਭਵਿੱਖ ਨਾਲ ਜੁੜਿਆ ਹੋਇਆ ਮਾਮਲਾ ਹੈ ਤੇ ਉਹਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਵਿਦਿਆਰਥੀ ਹੁਣ ਦਾਖਲਾ ਵੀ ਨਹੀਂ ਲੈ ਪਾ ਰਹੇ ਤੇ ਐਡਾ ਵੱਡਾ ਪੈਸਾ ਸੀਗਾ। ਅਫਸੋਸ ਦੀ ਗੱਲ ਇਹ ਹੈ ਕਿ ਜਿਹੜੇ ਮੰਤਰੀ ਦੇ ਉੱਤੇ ਦੋਸ਼ ਲੱਗ ਰਿਹਾ ਉਹ ਖੁਦ ਵੀ ਅਨੁਸੂਚਿਤ ਜਾਤੀਆਂ ਦੇ ਨਾਲ ਸੰਬੰਧਿਤ ਹੈ ਤੇ ਇਸ ਗੱਲ ਕਰਕੇ ਲੋਕਾਂ ਦਾ ਇੱਕ ਤਰ੍ਹਾਂ ਇਹ ਸਰਕਾਰ ਇਹ ਮੰਤਰੀ ਬਣ ਕੇ ਭੁੱਲ ਜਾਂਦੇ ਆ ਆਪਣੀ ਕਲਾਸ ਨੂੰ। ਦੇਖੋ ਗੱਲ ਇਹ ਹੈ ਕਿ ਇਹ ਤਾਂ ਹੈ ਹੀ ਹੈ, ਭਾਵੇਂ ਜਿੰਨੇ ਵੀ ਮੰਤਰੀ ਜਿਹੜੇ ਅਨੁਸੂਚਿਤ ਜਾਤੀਆਂ ਨਾਲ ਬਣਦੇ ਆ ਤੇ ਉਹਨਾਂ ਵੱਲੋਂ ਪਹਿਲਾਂ ਆਪਣੇ ਪਰਿਵਾਰਾਂ ਨੂੰ ਦੇਖਿਆ ਜਾਂਦਾ, ਆਪਣੀ ਕੌਮ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਹਾਂਜੀ, ਪਹਿਲਾਂ ਆਪਣੇ ਪਰਿਵਾਰਾਂ ਨੂੰ ਦੇਖਿਆ ਜਾਂਦਾ, ਫਿਰ ਪਰਿਵਾਰਾਂ ਦੇ ਵਿੱਚੋਂ ਆਪਣੇ ਜਿਹੜੇ ਨਜ਼ਦੀਕ ਰਿਸ਼ਤੇਦਾਰ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਂਦੇ ਆ ਤੇ ਬਾਅਦ ਵਿੱਚ ਜਾ ਕੇ ਜਦੋਂ ਮਾੜਾ ਮੋਟਾ ਸਮਾਂ ਬਚਦਾ ਤਾਂ ਉਹ ਆਮ ਲੋਕਾਂ ਵੱਲ ਧਿਆਨ ਦਿੰਦੇ ਆ ਤੇ ਇਸ ਜਿਹੜੇ ਆਪਾਂ ਸਾਧੂ ਸਿੰਘ ਧਰਮਸੋਤ ਉਹਨਾਂ ਦੀ ਗੱਲ ਹੈ ਤੇ ਉਹ ਇਸ ਸਮੇਂ ਪੂਰੀ ਤਰੀਕੇ ਦੇ ਨਾਲ ਅਲੱਗ ਥਲੱਗ ਪੈ ਚੁੱਕੇ ਨੇ। ਉਹਦਾ ਕਾਰਨ ਇਹ ਹੈ ਕਿ ਤੁਸੀਂ ਪਿਛਲੇ ਕਈ ਦਿਨਾਂ ਤੋਂ ਦੇਖਿਆ ਕੋਈ ਵੀ ਮੰਤਰੀ ਉਹਨਾਂ ਦੇ ਹੱਕ 'ਚ ਨਹੀਂ ਬੋਲ ਰਿਹਾ ਜੀ। ਈਵਨ ਕਿ ਜਿਹੜੇ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਕਾਂਗਰਸ ਸੁਨੀਲ ਜਾਖੜ ਉਹ ਨਹੀਂ ਬੋਲ ਰਹੇ ਹੈਗੇ, ਆਸ਼ਾ ਕੁਮਾਰੀ ਉਹਨਾਂ ਨਹੀਂ ਬੋਲ ਰਹੇ। ਤੁਹਾਨੂੰ ਲੱਗ ਰਿਹਾ ਕਿਤੇ ਦਾਲ 'ਚ ਕਾਲਾ ਹੈ? ਇਹ ਹੈ ਹੀ ਹੈ। ਇਹਦਾ ਮਤਲਬ ਇਸੇ ਗੱਲ ਕਰਕੇ ਹੁਣ ਜੇ ਹੈ ਅਕਾਲੀ ਦਲ ਦੇ ਹੱਥ ਵਿੱਚ ਇਹ ਮੁੱਦਾ ਆ ਚੁੱਕਿਆ, ਆਮ ਆਦਮੀ ਪਾਰਟੀ ਦੇ ਹੱਥ ਵਿੱਚ ਮੁੱਦਾ ਆ ਗਿਆ। ਥਾਂ ਥਾਂ ਤੇ ਹੁਣ ਮੁਜ਼ਾਹਰੇ ਹੋ ਰਹੇ ਨੇ ਤੇ ਉਹ ਕੇਂਦਰ ਸਰਕਾਰ ਨੇ ਵੀ ਇਸ ਦੀ ਜਾਂਚ ਦੇ ਹੁਕਮ ਦੇ ਦਿੱਤੇ ਹੈ ਤੇ ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਹਿ ਰਹੇ ਆ ਕਿ ਇਹ ਜਿਹੜਾ ਫੈਡਰਲ ਢਾਂਚਾ ਹੈ ਉਹਦੇ ਵਿੱਚ ਦਖਲਅੰਦਾਜ਼ੀ ਹੈ, ਪਰ ਇਹ ਗੱਲ ਵੀ ਸਹੀ ਹੈ ਕਿ ਇਹ ਪੈਸਾ ਕੇਂਦਰ ਸਰਕਾਰ ਦਾ ਹੈ। ਇਹ ਕੇਂਦਰ ਸਰਕਾਰ ਵੱਲੋਂ ਜਿਹੜੇ ਅਨੁਸੂਚਿਤ ਜਾਤੀਆਂ ਦੇ ਬੱਚੇ ਹੁੰਦੇ ਆ ਉਹਨਾਂ ਦੀ ਸਹਾਇਤਾ ਲਈ ਦਿੱਤੀ ਜਾਂਦੀ ਸਕਾਲਰਸ਼ਿਪ ਹੁੰਦੀ ਹੈ ਤਾਂ ਜੋ ਉਹ ਜਿਹੜੀ ਉੱਚ ਵਿੱਦਿਆ ਹੈ ਉਸ ਨੂੰ ਸੌਖੇ ਢੰਗ ਨਾਲ ਕਰ ਸਕਣ ਤੇ ਜੇਕਰ ਇਸ ਦੇ ਵਿੱਚ ਹੀ ਘਪਲੇਬਾਜ਼ੀ ਹੋ ਜਾਏਗੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ
ਕਿੰਨੇ ਇਸ ਜਿਹੜੇ ਹੈਗਾ ਸਕਾਲਰਸ਼ਿਪ ਦੇ ਕਾਰਨ ਕਿੰਨੇ ਲੋਕ ਪ੍ਰਭਾਵਿਤ ਹੋ ਰਹੇ ਨੇ। ਪ੍ਰਭਾਵਿਤ ਹੋ ਰਹੇ ਨੇ। ਦੂਜੀ ਗੱਲ, ਕਾਂਗਰਸ ਪਾਰਟੀ ਦੀ ਜਦੋਂ ਦੀ ਸਰਕਾਰ ਆਈ ਆ, ਕਈ ਇਹੋ ਜਿਹੇ ਫੈਸਲੇ ਤੇ ਕਈ ਇਹੋ ਜਿਹੀਆਂ ਗਲਤੀਆਂ ਹੋਈਆਂ ਜਿਹਦੇ ਨਾਲ ਜਿਹੜਾ ਆਮ ਵਰਗ ਹੈ, ਗਰੀਬ ਵਰਗ, ਉਹ ਦੂਰ ਨਹੀਂ ਜਾ ਰਿਹਾ ਇਹਦੇ ਤੋਂ। ਕਾਂਗਰਸ ਦੇਖੋ ਗੱਲ ਇਹ ਹੈ, ਜੇ ਕਾਂਗਰਸ ਦੇ ਆਪਾਂ ਗਰੀਬ ਵਰਗ ਦੀ ਗੱਲ ਕਰ ਰਹੇ, ਸਾਰੇ ਵਰਗ ਹੀ ਇਸ ਤੋਂ ਦੂਰ ਜਾ ਰਹੇ ਨੇ। ਬਹੁਤ ਸਾਰੀਆਂ ਗਲਤੀਆਂ ਹੋ ਰਹੀਆਂ ਨੇ ਥਾਂ ਥਾਂ ਦੇ ਉੱਤੇ। ਜੋ ਆਪਾਂ ਹੁਣ ਇਹ ਗੱਲ ਲੈ ਹੀ ਨਹੀਂ ਹੈ ਵੀ ਕਾਂਗਰਸ ਕਿੱਧਰ ਨੂੰ ਜਾ ਰਹੀ ਹੈ ਤੇ ਕਾਂਗਰਸ ਦਾ ਭਵਿੱਖ 2022 ਦੇ ਵਿੱਚ ਕਿਹੋ ਜਿਹਾ ਹੋ ਸਕਦਾ। ਦੇਖੋ, ਜਦੋਂ ਚੋਣਾਂ ਹੋਣੀਆਂ ਸੀਗੀਆਂ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਵੀ ਕਿਸਾਨ ਖੁਦਕੁਸ਼ੀਆਂ ਨਾ ਕਰਨ ਜੀ, ਤੇ ਖੁਦਕੁਸ਼ੀਆਂ ਦੇ ਉਹਦੇ ਵਿੱਚ ਅਸੀਂ ਉਹਨਾਂ ਦੀ ਸਹਾਇਤਾ ਕਰਾਂਗੇ। ਠੀਕ ਹੈ, ਆਉਂਦੇ ਸਾਰ ਕੁਛ ਇਹਨਾਂ ਨੇ ਮਦਦ ਵੀ ਕੀਤੀ, ਪਰ ਹਾਲੇ ਵੀ ਇਹ ਖੁਦਕੁਸ਼ੀਆਂ ਦਾ ਸਿਲਸਿਲਾ ਜਾਰੀ ਹੈ। ਖੁਦਕੁਸ਼ੀਆਂ ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਕਿਸਾਨ ਤਾਂ ਘੱਟ ਕਰ ਰਿਹਾ, ਮਜ਼ਦੂਰ ਜ਼ਿਆਦਾ ਕਰ ਰਿਹਾ। ਖੇਤ ਮਜ਼ਦੂਰ ਜਿਹੜਾ ਆ ਉਹਦੇ ਵੱਲ ਤਾਂ ਨਾ ਉਹਦੀ ਕੋਈ ਗੱਲ ਕਰਦਾ ਆ ਤੇ ਨਾ ਉਹਦੀ ਆਵਾਜ਼ ਬੁਲੰਦ ਕਰਨ ਵਾਲਾ ਕੋਈ ਲੀਡਰ ਹੈ। ਜਿਹੜਾ ਮਜ਼ਦੂਰ ਹੈ ਉਹਦਾ ਲੀਡਰ ਕੋਈ ਹੈ ਹੀ ਨਹੀਂ। ਦੇਖੋ, ਗੱਲ ਇਹ ਹੈ ਕਿ ਇਹੀ ਤਾਂ ਸਾਡੀ ਬਹੁਤ ਵੱਡੀ ਸਮੱਸਿਆ ਇਹ ਹੈ ਕਿ ਜੋ ਕਿਸਾਨ ਤਾਂ ਠੀਕ ਹੈ, ਕਿਸਾਨ ਨੂੰ ਸਰਕਾਰ ਵੱਲੋਂ ਵੀ ਮਦਦ ਦਿੱਤੀ, ਮਜ਼ਦੂਰਾਂ ਨੂੰ ਵੀ ਦਿੱਤੀ ਜਾਂਦੀ ਹੈ ਮਦਦ, ਪਰ ਮਜ਼ਦੂਰਾਂ ਨੂੰ ਉਨੀ ਮਦਦ ਨਹੀਂ ਦਿੱਤੀ ਜਾਂਦੀ ਜਿੰਨੀ ਇਸ ਸਮੇਂ ਕਿਸਾਨਾਂ ਨੂੰ। ਦੇਖੋ, ਤੁਸੀਂ ਕਿਸਾਨਾਂ ਦੀ ਬਿਜਲੀ ਮਾਫ ਹੈ। ਹਾਂ, ਤੁਸੀਂ ਪਿੰਡਾਂ ਵਿੱਚ ਚਲੇ ਜਾਓ, ਜਿਹੜੇ ਵੱਡੇ ਵੱਡੇ ਜ਼ਿਮੀਂਦਾਰ ਆ ਜਿਨ੍ਹਾਂ ਕੋਲੇ 100 ਏਕੜ ਜ਼ਮੀਨ ਹੈ, ਉਹਨਾਂ ਦੀਆਂ 3-3 ਕੋਠੀਆਂ, ਉਹਨਾਂ ਦੇ ਅੰਦਰ ਏਸੀ ਲੱਗਿਆ ਤੇ ਉਹਨਾਂ ਨੇ ਡਾਇਰੈਕਟ ਮੋਟਰ ਵਾਲੀ ਜਿਹੜੀ ਬਿਜਲੀ ਆ ਉੱਥੋਂ ਕੁੰਡੀਆਂ ਲਾ ਕੇ ਏਸੀ ਚਲਾਏ ਹੋਏ ਨੇ। ਦੇਖੋ, ਗੱਲ ਇਹੀ ਹੈ ਕਿ ਸਰਕਾਰ ਨੇ ਵਲੰਟਰਲੀ ਕਿਹਾ ਸੀਗਾ ਕਿ ਤੁਸੀਂ ਜਿਹੜੀ ਸਬਸਿਡੀ ਹੈ ਇਸ ਤੇ ਛੱਡ ਦਿਓ, ਪਰ ਕਿਸੇ ਨੇ ਛੱਡੀ ਨਹੀਂ ਹੈਗੀ। ਤੇ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਮਜ਼ਦੂਰ ਦਾ ਕਿੱਥੇ, ਮੈਂ ਉੱਥੇ ਹੀ ਆਉਣਾ। ਤੇ ਜੇਕਰ ਅਸੀਂ ਪੰਜਾਬ ਨੂੰ ਬਚਾਉਣਾ ਹੈ, ਉਹਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਸਬਸਿਡੀਆਂ ਨੂੰ ਛੱਡਣਾ ਪਊਗਾ। ਪਰ ਫਿਰ ਵੀ ਇਹ ਹੈ ਕਿ ਕਿੰਨੀ ਕੁ ਸਬਸਿਡੀ ਦੇਣੀ ਹੈ। ਦੇਣੀ ਤਾਂ ਉਹਨਾਂ ਨੂੰ ਚਾਹੀਦੀ ਹੈ ਕਿ ਜਿਹੜੇ 5 ਕਿੱਲੇ ਜ਼ਮੀਨ ਦੇ ਮਾਲਕ ਨੇ ਜਾਂ ਗਰੀਬ ਕਿਸਾਨ ਨੇ, ਪਰ ਦਿੱਤੀ ਜਾ ਰਹੀ ਹੈ ਸਭ ਨੂੰ, ਤੇ ਬਾਦਲਾਂ ਤੱਕ ਨੂੰ ਦਿੱਤੀ ਜਾ ਰਹੀ ਹੈ। ਹੋਰ ਬੜੇ ਵੱਡੇ ਕਿਸਾਨ ਨੇ ਜਿਨ੍ਹਾਂ ਦੇ ਹਜ਼ਾਰਾਂ ਕਿੱਲਿਆਂ ਦੇ ਵਿੱਚ ਜ਼ਮੀਨ ਹੈ, ਉਹਨਾਂ ਨੂੰ ਵੀ ਸਬਸਿਡੀ ਦਿੱਤੀ ਗਈ ਹੈ। ਤੇ ਇਹ ਕੋਈ ਵੀ ਜਿਹੜਾ ਹੈਗਾ, ਚਾਹੇ ਕਾਂਗਰਸੀ ਲੀਡਰ ਹੋਣ, ਚਾਹੇ ਅਕਾਲੀ ਲੀਡਰ ਹੋਣ, ਚਾਹੇ ਆਮ ਆਦਮੀ ਪਾਰਟੀ ਦੇ ਲੀਡਰ ਹੋਣ, ਕੋਈ ਵੀ ਜਿਨ੍ਹਾਂ ਕੋਲ ਜ਼ਮੀਨ ਹੈ ਕੋਈ ਸਬਸਿਡੀ ਛੱਡਣ ਵਾਸਤੇ ਤਿਆਰ ਨਹੀਂ ਹੈਗਾ। ਤੇ ਇਸ ਗੱਲ ਕਰਕੇ ਜਿਹੜੀ ਦੂਜੇ ਪਾਸੇ ਆਪਾਂ ਗੱਲ ਕਰਦੇ ਹਾਂ, ਮਜ਼ਦੂਰ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੋਈ ਹੈ। ਉਹਦਾ ਕਾਰਨ ਇਹ ਹੈ ਕਿ ਇੱਕ ਤਾਂ ਸਾਡੇ ਇੱਥੇ ਕਾਰਖਾਨੇ ਬਹੁਤ ਘੱਟ ਨੇ, ਉਦਯੋਗ ਘੱਟ ਹੋਣ ਕਰਕੇ ਉਹਨਾਂ ਨੂੰ ਉੱਥੇ ਕੰਮ ਕਾਰ ਨਹੀਂ ਮਿਲਦਾ ਹੈਗਾ। ਦੂਜਾ ਇਹ ਹੈ ਕਿ ਖੇਤੀ ਦੀ ਜਿਹੜੀ ਖੇਤੀਬਾੜੀ ਦੇ ਉੱਤੇ ਮਜ਼ਦੂਰੀ ਹੈ ਉਹ ਸੀਜ਼ਨਲ ਹੈ। ਹੁਣ ਝੋਨਾ ਲਾਉਣਾ, ਕਣਕ ਵੱਢਣੀ ਹੈ, ਇਹੀ ਕੁਛ ਹੈ। ਜੇ ਮਤਲਬ ਚਾਹੇ 100 ਕਿੱਲਾ ਜਾਂ 50 ਕਿੱਲਾ, ਉੱਥੇ ਕਿੰਨੇ ਕੁ ਮਜ਼ਦੂਰ ਹੈਗਾ। ਇਹਦੇ ਵਾਸਤੇ ਸਰਕਾਰ ਨੇ ਕਦੇ ਸੋਚਿਆ ਨਹੀਂ ਹੈਗਾ ਵੀ ਐਗਰੋ ਬੇਸਡ ਇੰਡਸਟਰੀ ਲਾਈ ਜਾਂਦੀ ਤੇ ਐਗਰੋ ਬੇਸਡ ਕੁਛ ਹੋਰ ਵੀ ਲਾਇਆ ਜਾ ਸਕਦਾ ਸੀਗਾ ਜਿਹਦੇ ਨਾਲ ਕਿ ਰੁਜ਼ਗਾਰ ਵਧੇ। ਹੁਣ ਜਿਹੜੀ ਹੈਗੇ ਰੁਜ਼ਗਾਰ ਵੱਧ ਨਹੀਂ ਰਹੇਗੀ ਤੇ ਉਸ ਤੋਂ ਬਾਅਦ ਉਦਯੋਗ ਨਹੀਂ ਵੱਧ ਰਹੇਗੇ। ਤੇ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਪੰਜਾਬ ਸਰਕਾਰ ਦੀ ਹਾਲਤ ਹੈ ਉਹ ਬਹੁਤ ਨਿਗਰੀ ਹੋਈ ਆ ਆਰਥਿਕ ਤੌਰ ਤੇ। ਉਹ ਤਾਂ ਪਹਿਲੇ ਜਿਹੜੇ ਸਰਕਾਰੀ ਮਹਿਕਮੇ ਨੇ ਉਹਨਾਂ ਦੇ ਵਿੱਚੋਂ ਛਾਂਟੀਆਂ ਕਰ ਰਹੀ ਹੈ, ਬਹੁਤ ਸਾਰੀਆਂ ਅਸਾਮੀਆਂ ਉਹਨਾਂ ਨੇ ਖਤਮ ਕਰ ਦਿੱਤੀਆਂ। ਤੇ ਇੱਥੋਂ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਨੂੰ ਵੀ ਨੌਕਰੀਆਂ ਨਹੀਂ ਮਿਲਣੀਆਂ ਹੈਗੀਆਂ। ਜੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਣਗੀਆਂ ਤਾਂ ਗਰੀਬ ਬੰਦੇ ਨੂੰ ਤੁਸੀਂ ਦੱਸੋ ਕਿਵੇਂ ਮਜ਼ਦੂਰੀ ਮਿਲ ਸਕਦੀ ਹੈ। ਇਹੀ ਕਾਰਨ ਹੈ ਕਿ ਜਿਹੜੇ ਹੁਣ ਮਜ਼ਦੂਰ ਨੇ ਉਹ ਰੋਟੀ ਨੂੰ ਵਾਂਝੇ ਹੋਏ ਪਏ ਨੇ ਤੇ ਉਹਨਾਂ ਵਾਸਤੇ ਇੱਕ ਛੋਟਾ ਮੋਟਾ ਸਹਾਰਾ ਜਿਹੜੇ ਕਿ ਮਨਰੇਗਾ, ਉਹਦੇ ਵਿੱਚ ਕੁਝ ਦਿਨਾਂ ਦੀ ਉਹਨਾਂ ਨੂੰ ਨੌਕਰੀ ਦਿੱਤੀ ਜਾਂਦੀ ਹੈ, ਮਤਲਬ ਮਜ਼ਦੂਰੀ ਦਿੱਤੀ ਜਾਂਦੀ ਹੈ। ਪਰ ਉਹਦੇ ਉੱਤੇ ਵੀ ਪੋਲੀਟੀਕਲ ਪ੍ਰਭਾਵ ਬਹੁਤ ਜ਼ਿਆਦਾ ਹੁੰਦਾ ਹੈ। ਬਹੁਤ ਸਾਰੇ ਅਜਿਹੀਆਂ ਵੀ ਸ਼ਿਕਾਇਤਾਂ ਆ ਰਹੀਆਂ ਨੇ ਕਿ ਜਿਹੜੇ ਮਤਲਬ ਸਰਪੰਚ ਹੁੰਦੇ ਨੇ ਉਹਨਾਂ ਲੋਕਾਂ ਨੂੰ ਹੀ ਇਹ ਮਨਰੇਗਾ ਦਿੰਦੇ ਆ, ਮਨਰੇਗਾ ਦਾ ਕਾਰਡ ਬਣਾ ਕੇ ਦਿੰਦੇ ਆ ਜਾਂ ਕਿਸੇ ਤਰੀਕੇ ਨਾਲ ਦਿੰਦੇ ਆ ਜਿਹੜੇ ਉਹਨਾਂ ਦੀ ਪਾਰਟੀ ਨਾਲ ਸੰਬੰਧਿਤ ਨੇ, ਜਿਨ੍ਹਾਂ ਨੇ ਵੋਟਾਂ ਪਾਈਆਂ। ਹਾਂ, ਦੂਜਿਆਂ ਨੂੰ ਉਹ ਲਾਂਭੇ ਕਰ ਦਿੰਦੇ ਨੇ। ਤੇ ਇਹ ਵੀ ਦੇਖਣ ਵਿੱਚ ਮਿਲਿਆ ਕਿ ਜਿੰਨੀ ਉਹਨਾਂ ਨੂੰ ਪੈਸਾ ਮਿਲਣਾ ਚਾਹੀਦਾ ਉਹਨਾਂ ਨਹੀਂ ਦਿੱਤਾ ਜਾਂਦਾ। ਉਹ ਉੱਚ ਅਧਿਕਾਰੀਆਂ ਦੇ ਨਾਲ ਰਲ ਕੇ ਜਿਹੜਾ ਹੈਗਾ ਉਹਦੇ 'ਚ ਹੇਰਾਫੇਰੀ ਕਰ ਲੈਂਦੇ ਨੇ ਤੇ ਉਹਨਾਂ ਦਾ ਜਿਹੜਾ ਮਜ਼ਦੂਰਾਂ ਦਾ ਹੱਕ ਮਾਰ ਲੈਂਦੇ ਨੇ। ਤੇ ਇਹ ਮਤਲਬ ਜਿਸ ਤਰੀਕੇ ਨਾਲ ਹੁਣ ਮਜ਼ਦੂਰ ਨੇ ਉਹਨਾਂ ਦੇ ਹਾਲਾਤ ਬਹੁਤ ਮਾੜੇ ਹੁੰਦੇ ਜਾ ਰਹੇ ਨੇ। ਤੇ ਇੱਕ ਕੱਲ੍ਹ ਜਿਹੜੀ ਰਾਸ਼ਟਰੀ ਅਪਰਾਧ ਬਿਊਰੋ ਹੈ ਉਹਨੇ ਇੱਕ ਅੰਕੜੇ ਦਿੱਤੇ ਤਾਂ ਭਾਵੇਂ ਪੂਰੀ ਦੁਨੀਆ ਦੇ ਪੂਰੇ ਹਿੰਦੁਸਤਾਨ ਦੇ ਨੇ। ਤੇ ਉਹਦੇ ਵਿੱਚ ਇੱਕ ਗੱਲ ਬੜੀ ਹੀ ਆਪਾਂ ਕਹਿ ਸਕਦੇ ਹਾਂ ਕਿ ਗੰਭੀਰ ਹੈ। ਉਹਦੇ ਵਿੱਚ ਇਹ ਦੱਸਿਆ ਗਿਆ ਕਿ ਕਿਸਾਨ ਤੇ ਮਜ਼ਦੂਰ ਉਹ ਵੱਡੀ ਪੱਧਰ ਤੇ
ਖੁਦਕੁਸ਼ੀਆਂ ਕਰ ਰਹੇ ਨੇ ਜੀ ਤੇ ਉਹਦੇ ਵਿੱਚ ਜੋ ਵਾਧਾ ਹੋ ਰਿਹਾ ਉਹ 35.5% ਪੰਜਾਬ ਦੇ ਵਿੱਚ ਹੈ। ਓਕੇ ਜਿਹੜਾ 1918 ਦੇ ਵਿੱਚ ਜਿੰਨੀਆਂ ਖੁਦਕੁਸ਼ੀ ਕੀਤੀਆਂ ਉਹਦੇ ਮੁਕਾਬਲੇ ਦੇ ਵਿੱਚ 2019 ਦੇ ਵਿੱਚ ਜਿਹੜੀ 35.5% ਵੱਧ ਖੁਦਕੁਸ਼ੀਆਂ ਹੋਈਆਂ। ਜੀ ਤੇ ਪਰ ਇਹ ਹੈ ਵੀ ਉਹਦੇ ਵਿੱਚ ਛੋਟਾ ਜਿਹਾ ਇਹ ਵੀ ਆਪਾਂ ਤਸੱਲੀ ਵਾਲੀ ਗੱਲ ਕਹਿ ਸਕਦੇ ਹਾਂ ਕਿ ਮਜ਼ਦੂਰਾਂ ਦੀ ਜਿਹੜੀ ਖਾਸ ਤੌਰ 'ਤੇ ਕਿਸਾਨਾਂ ਦੀ ਖੁਦਕੁਸ਼ੀ ਹੈ ਉਹ 6% ਘੱਟ ਹੋਈ ਹੈ, ਪਰ ਮਜ਼ਦੂਰਾਂ ਦੀ 8% ਵੱਧ ਹੋਈ ਹੈ। ਉਹਦੀ ਉਹਦਾ ਵਜ੍ਹਾ ਇਹੀ ਹੈ ਕਿ ਪੰਜਾਬ ਦੇ ਵਿੱਚ ਇਸ ਸਮੇਂ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ। ਜੀ ਖੇਤੀ ਖੇਤਰ ਵੀ ਉਹਨਾਂ ਨੂੰ ਜਿਹੜਾ ਹੈਗਾ ਰੁਜ਼ਗਾਰ ਨਹੀਂ ਦੇ ਪਾ ਰਿਹਾ, ਤੇ ਇਸ ਤੋਂ ਇਲਾਵਾ ਅਸੀਂ ਇਹ ਦੇਖ ਰਹੇ ਹਾਂ ਕਾਰਖਾਨੇ ਨਹੀਂ ਹੈਗੇ, ਹੋਰ ਵੀ ਜਿਹੜਾ ਹੈਗਾ ਉਹਨਾਂ ਨੂੰ ਮਜ਼ਦੂਰੀ ਮਤਲਬ ਆਪਣਾ ਰੋਜ਼ੀ ਰੋਟੀ ਚਲਾਉਣ ਦੇ ਲਈ ਉਹਨਾਂ ਵਾਸਤੇ ਕੋਈ ਸਾਧਨ ਨਹੀਂ ਮਿਲੇ। ਇਸ ਗੱਲ ਕਰਕੇ ਬਹੁਤ ਸਾਰੇ ਮਜ਼ਦੂਰ ਏਜੰਸੀ ਦੀ ਰਿਪੋਰਟ ਮੈਂ ਵੀ ਪੜ੍ਹੀ ਆ, ਉਹਦੇ ਵਿੱਚ ਇਹ ਆ ਵੀ ਲੋਕ ਜਿਹੜੇ ਬਿਮਾਰੀਆਂ ਤੋਂ ਦੁਖੀ ਹੋ ਕੇ ਮਜ਼ਦੂਰ ਆ ਉਹ ਖੁਦਕੁਸ਼ੀਆਂ ਕਰ ਰਹੇ ਨੇ। ਦੇਖੋ ਉਹ ਜਿਹੜਾ ਹੈ ਇਹ ਵੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹਦੇ ਵਿੱਚ ਪੂਰੇ ਹਿੰਦੁਸਤਾਨ ਦੀ ਉਹਨਾਂ ਗੱਲ ਕਹੀ ਹੈ ਕਿ ਜਿੰਨੀਆਂ ਵੀ ਖੁਦਕੁਸ਼ੀਆਂ ਹੁੰਦੀਆਂ ਨੇ ਉਹਦੇ ਵਿੱਚ 70% ਇਸ ਗੱਲ ਕਰਕੇ ਹੁੰਦੀਆਂ ਨੇ ਕਿਉਂਕਿ ਉਹ ਆਪਣੀ ਬਿਮਾਰੀਆਂ ਦਾ ਇਲਾਜ ਨਹੀਂ ਕਰਵਾ ਪਾਉਂਦੇ ਹੈਗੇ। ਉਹਨਾਂ ਨੂੰ ਕਈ ਵਾਰ ਬੜੀ ਭਿਅੰਕਰ ਬਿਮਾਰੀਆਂ ਲੱਗ ਜਾਂਦੀਆਂ ਨੇ ਤੇ ਉਸ ਤੋਂ ਦੁਖੀ ਹੋ ਕੇ ਉਹ ਖੁਦਕੁਸ਼ੀਆਂ ਕਰ ਲੈਂਦੇ ਨੇ। ਉਹਦਾ ਕਰਾ ਕੇ ਫਿਰ ਇੱਥੇ ਗੱਲ ਆ ਜਾਂਦੀ ਹੈ ਕਿ ਸਾਡੇ ਸੂਬੇ ਦੇ ਵਿੱਚ ਜਿਹੜਾ ਬੁਨਿਆਦੀ ਢਾਂਚਾ ਹੈ, ਜੀ ਬੁਨਿਆਦੀ ਢਾਂਚੇ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਹੁੰਦੀ ਹੈ ਹੈਲਥ ਸੇਵਾਵਾਂ ਹੁੰਦੀਆਂ ਨੇ। ਐਜੂਕੇਸ਼ਨ ਤੇ ਹੈ ਹਾਂਜੀ, ਤੇ ਫਿਰ ਐਜੂਕੇਸ਼ਨ ਵੀ ਹੁੰਦੀ ਹੈ। ਹੋਰ ਜਿਹੜਾ ਹੈਗਾ ਆਪਾਂ ਬੁਨਿਆਦੀ ਢਾਂਚਾ ਜਿਹੜਾ ਖੜਾ ਕਰਦੇ ਹਾਂ ਜੀ, ਤੇ ਸਾਡੇ ਹੈਲਥ ਸਿਸਟਮ ਦੀ ਜਿਹੜੀ ਹਾਲਾਤ ਨੇ ਉਹ ਅਸੀਂ ਦੇਖੀਏ ਤਾਂ ਬਹੁਤ ਮਾੜੇ ਹੋ ਚੁੱਕੇ ਨੇ ਜੀ। ਤੇ ਉਹਨਾਂ ਵਿੱਚ ਅਸੀਂ ਹੁਣ ਜਿਵੇਂ ਸੰਕਟ ਦੀ ਘੜੀ ਹੈ, ਇਹ ਸੰਕਟ ਦੀ ਘੜੀ ਵਿੱਚ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਸੂਬੇ ਦੇ ਵਿੱਚ ਭਾਵੇਂ ਕਿ ਡਾਕਟਰ ਦਿਨ ਰਾਤ ਸੇਵਾਵਾਂ ਵੀ ਕਰ ਰਹੇ ਨੇ, ਇਸ ਦੇ ਬਾਵਜੂਦ ਵੀ ਜਿਵੇਂ ਮਰੀਜ਼ ਵਧੀ ਜਾ ਰਹੇ ਨੇ ਤੇ ਸਾਡੀ ਹੈਲਥ ਸਿਸਟਮ ਦੀ ਪੋਲ ਖੁੱਲੀ ਜਾ ਰਹੀ ਹੈ। ਇਹਦੇ ਮੁਕਾਬਲੇ ਦੇ ਵਿੱਚ ਜਿਵੇਂ ਹੁਣ ਤੁਸੀਂ ਕੇਜਰੀਵਾਲ ਉਹਨਾਂ ਦੀ ਗੱਲ ਕਰੋ ਜੀ, ਉੱਥੇ ਸਿਸਟਮ ਕੁਝ ਹੋਰ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਹੈਗਾ ਹੈਲਥ ਸਿਸਟਮ ਤੇ ਐਜੂਕੇਸ਼ਨ ਸਿਸਟਮ ਨੂੰ ਤਰਜੀਹ ਦਿੱਤੀ ਹੈ, ਟੋਟਲੀ ਫ੍ਰੀ ਕੀਤਾ ਹੈ। ਤੇ ਇੱਥੇ ਜਿੰਨੀਆਂ ਵੀ ਸਰਕਾਰਾਂ ਆਉਂਦੀਆਂ ਨੇ, ਚਾਹੇ ਅਕਾਲੀਆਂ ਦੇ ਹੋਵੇ, ਚਾਹੇ ਕਾਂਗਰਸ ਦੀ ਹੋਵੇ, ਚਾਹੇ ਕੋਈ ਵੀ ਸਰਕਾਰ ਹੋਵੇ ਜੀ, ਤੇ ਉਹਦੇ ਵਿੱਚ ਜਿਹੜਾ ਹੈਗਾ ਖਾਸ ਤੌਰ ਤੇ ਗਰੀਬ ਲੋਕਾਂ ਦੀ ਜਿਹੜੀ ਹੈਗਾ ਲੋੜਾਂ ਦੇ ਅਨੁਸਾਰ ਨੀਤੀਆਂ ਨਹੀਂ ਬਣਾਈਆਂ ਜਾ ਰਹੀਆਂ। ਪੰਜਾਬ ਸਰਕਾਰ ਜਿਹੜੀ ਵੀ ਹੁੰਦੀ ਹੈ ਦਰਸ਼ਨ ਜੀ, ਉੱਥੇ ਭਾਵੇਂ ਕਾਂਗਰਸ ਦੀ ਭਾਵੇਂ ਅਕਾਲੀ ਦਲ ਦੀ ਸਰਕਾਰ ਹੋਵੇ, ਗਰੀਬਾਂ ਨੂੰ ਭਿਖਾਰੀ ਜੇ ਬਣਾਤਾ। ਆਟਾ ਦਾਲ ਦੇ ਦਿਓ, ਉਹਨਾਂ ਨੂੰ ਨੌਕਰੀਆਂ ਨਹੀਂ ਦੇਣੀਆਂ, ਆਟਾ ਦਾਲ ਫ੍ਰੀ ਦੇ ਦਿਓ। ਤੇ ਉਸ ਤੋਂ ਇਲਾਵਾ ਜੇਕਰ ਤੁਸੀਂ ਦੇਣਾ ਆ ਕੁਛ ਤੇ ਸਾਰਿਆਂ ਵਾਸਤੇ ਹੈਲਥ ਸਿਸਟਮ ਦਾ ਜਿਹੜਾ ਉਹ ਫ੍ਰੀ ਕਰੋ, ਸਿਹਤ ਸੇਵਾਵਾਂ ਫ੍ਰੀ ਕਰੋ। ਔਰ ਐਜੂਕੇਸ਼ਨ ਦੇ ਉੱਤੇ ਜਿਹੜਾ ਹੁਣ ਇਹ ਦੇਖੋ ਵਜੀਫਾ ਹੀ ਖਾ ਗਏ, ਇਹਦੇ ਉੱਤੇ ਧਿਆਨ ਦੇਣ ਦੀ ਲੋੜ ਹੈ, ਨਾ ਕਿ ਉਹਨਾਂ ਨੂੰ ਭਿਖਾਰੀ ਬਣਾ ਦਿਓ ਕਿ ਉਹ ਆਟਾ ਮੰਗਦੇ ਫਿਰਨ ਤੇ ਤੁਹਾਡੇ ਤੋਂ ਦਾਲ ਮੰਗਦੇ ਫਿਰਨ। ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦਿਓ। ਦੇਖੋ ਗੱਲ ਇਹ ਹੈ ਕਿ ਇਹ ਤਾਂ ਠੀਕ ਹੈ ਕਿ ਆਟਾ ਦਾਲ ਸਕੀਮ ਦੀ ਲੋੜ ਵੀ ਹੁੰਦੀ ਹੈ ਜੀ, ਠੀਕ ਹੈ। ਕੁਝ ਲੋਕ ਅਜਿਹੇ ਵੀ ਹੁੰਦੇ ਆ ਵੀ ਉਹਨਾਂ ਨੂੰ ਇਸ ਗੱਲ ਦੀ ਲੋੜ ਪਵੇ ਹੀ ਨਾ ਜੀ। ਹਾਂ, ਪਰ ਇਹ ਹੈ ਕਿ ਉਹਨਾਂ ਨੂੰ ਇੰਨੇ ਕੁ ਸਮਰੱਥ ਬਣਾਉਣ ਦੀ ਲੋੜ ਹੈ ਕਿ ਉਹਨਾਂ ਨੂੰ ਇਸ ਚੀਜ਼ ਦੀ ਲੋੜ ਹੀ ਨਾ ਪਵੇ। ਉਹਦੇ ਵਾਸਤੇ ਸਾਨੂੰ ਰੁਜ਼ਗਾਰ ਦੀ ਲੋੜ ਹੈ ਜਾਂ ਸਵੈ ਰੁਜ਼ਗਾਰ ਦੀ ਲੋੜ ਹੈ। ਤੇ ਜੇਕਰ ਇਹ ਨਹੀਂ ਹੈਗਾ, ਸਰਕਾਰ ਨੇ ਇਹ ਬਣਾਈਆਂ ਨਹੀਂ ਹੋਈਆਂ ਜੀ, ਇਹੋ ਜਿਹੇ ਪ੍ਰੋਗਰਾਮ ਬਣਾਏ ਹੋਏ ਨੇ, ਪਰ ਅਫਸੋਸ ਦੀ ਗੱਲ ਇਹ ਹੈ ਕਿ ਜਦੋਂ ਅਸੀਂ ਸਵੈ ਰੁਜ਼ਗਾਰ ਦੀ ਗੱਲ ਕਰਦੇ ਹਾਂ ਉਹ ਵੀ ਕੁਝ ਲੋਕਾਂ ਤੱਕ ਸੀਮਿਤ ਰਹਿ ਜਾਂਦੇ ਨੇ ਤੇ ਉਹਦੇ ਵਿੱਚ ਵੀ ਕਈ ਵਾਰ ਸਰਕਾਰ ਵੱਲੋਂ ਸਬਸਿਡੀਆਂ ਦਿੱਤੀਆਂ ਜਾਂਦੀਆਂ ਨੇ ਤੇ ਕੁਝ ਅਧਿਕਾਰੀ ਤੇ ਕੁਝ ਜਿਹੜੇ ਮੋਹਤਬਰ ਬੰਦੇ ਨੇ ਰਲ ਕੇ ਉਸ ਦੇ ਵਿੱਚ ਸਬਸਿਡੀਆਂ ਵੀ ਖਾ ਜਾਂਦੇ ਨੇ। ਬੜਾ ਕੁਛ ਇਸ ਤਰੀਕੇ ਨਾਲ ਚੱਲਦਾ ਹੈ ਇਹ, ਜਿਹਦਾ ਅਸੀਂ ਜਿਹੜਾ ਹੈਗਾ ਵਾਰੀ ਇਹਨਾਂ ਦੇ ਸਕੈਂਡਲ ਸਾਹਮਣੇ ਵੀ ਆਉਂਦੇ ਰਹਿੰਦੇ ਆ। ਪਰ ਇਹ ਕਹਿ ਸਕਦੇ ਹਾਂ ਕਿ ਜਦ ਤੱਕ ਸਰਕਾਰਾਂ ਗੰਭੀਰ ਨਹੀਂ ਹੁੰਦੀਆਂ ਹੈਗੀਆਂ, ਹੁਣ ਕੀ ਹਾਲਾਤ ਕੀ ਬਣ ਰਹੇ ਨੇ, ਜਿਹਨਾਂ ਕੋਲ ਤਾਂ ਪੈਸੇ ਨੇ ਉਹਨਾਂ ਦੇ ਬੱਚੇ ਜਿਹੜੇ ਹੈਗੇ ਵਿਦੇਸ਼ਾਂ ਵਿੱਚ ਜਾਈ ਜਾ ਰਹੇ ਨੇ, ਉੱਥੇ ਸੈਟਲ ਹੋਈ ਜਾ ਰਹੇ ਨੇ। ਜਿਹੜੇ ਬੱਚੇ ਨਹੀਂ ਸੈਟਲ ਹੋ ਪਾ ਰਹੇ, ਹੁਣ ਅਸੀਂ ਪਿਛਲੇ ਦਿਨ ਦੇਖਿਆ ਝੋਨੇ ਦਾ ਸੀਜ਼ਨ ਆਇਆ ਤੇ ਉਹਨਾਂ ਵਿੱਚ MA ਪੜ੍ਹੇ ਹੋਏ, BEd ਕੀਤੀ ਹੋਈ, ਹਾਂ ਗਰੀਬਾਂ ਦੇ ਵੀ ਵਿੱਚ ਬਹੁਤ ਸਾਰੇ ਮੱਧ ਵਰਗੀ ਜਮਾਤ ਦੇ ਵੀ ਲੋਕ ਨੇ, ਉਹ ਕੋਈ ਝੋਨਾ ਲਾ ਰਿਹਾ, ਕੋਈ ਕਣਕ ਵੱਢ ਰਿਹਾ ਹੈ ਤੇ ਇਹ ਤਾਂ ਹਾਲਾਤ ਬਣੇ ਹੋਏ ਨੇ। ਭਾਵੇਂ ਕਿ ਕੰਮ ਕਰਨ ਦੇ ਵਿੱਚ ਕੋਈ ਮਤਲਬ ਆਪਾਂ ਮਿਹਣਾ ਨਹੀਂ ਹੈਗਾ, ਆਪਾਂ ਵਿਦੇਸ਼ਾਂ ਵਿੱਚ ਵੀ ਦੇਖਦੇ ਹਾਂ ਬੱਚੇ ਕੰਮ ਕਰਦੇ ਆ, ਪਰ ਇਹ ਗੱਲ ਹੈਗੀ ਹੈ ਕਿ ਜੇਕਰ ਬੱਚੇ ਇੰਨੇ ਪੜ੍ਹ ਕੇ ਇਹੀ ਕੰਮ ਕਰਨਾ ਹੈ, ਜੇ ਰੇਹੜੀਆਂ ਹੀ ਲਾਉਣੀਆਂ ਨਾ, ਤਾਂ ਫਿਰ ਫਾਇਦਾ ਕੀ ਹੈ। ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਘਰ ਰੁਜ਼ਗਾਰ ਦੇਵਾਂਗੇ, ਪਰ ਉਹ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਤੇ ਇਹ
ਆਉਣ ਵਾਲੇ ਸਮੇਂ ਦੇ ਵਿੱਚ ਇਸ ਸਰਕਾਰ ਦੇ ਲਈ ਇਸ ਨੂੰ ਖਮਿਆਜਾ ਭੁਗਤਣਾ ਪੈ ਸਕਦਾ, ਕਿਉਂਕਿ ਲੋਕਾਂ ਦੇ ਉੱਤੇ ਹੁਣ ਨਾ ਪੱਖੀ ਪ੍ਰਭਾਵ ਬਹੁਤ ਜ਼ਿਆਦਾ ਹੁਣ ਇਹ ਨਹੀਂ ਲੱਗ ਰਿਹਾ ਤੁਹਾਨੂੰ ਕਿ ਮਜ਼ਦੂਰ ਨੂੰ ਲੀਡ ਨਹੀਂ ਕੋਈ ਕਰ ਰਿਹਾ, ਕੋਈ ਲੀਡਰ ਨਹੀਂ ਹੈ, ਉਹਨਾਂ ਨੂੰ ਜਾਗਰੂਕ ਨਹੀਂ ਕਰ ਰਿਹਾ ਕੋਈ? ਕਿਉਂਕਿ ਅਸੀਂ ਲੋਕ ਲੁਭਾਊ ਨੀਤੀਆਂ ਦੇ ਵਿੱਚ, ਸਾਡਾ ਜਿਹੜਾ ਮਜ਼ਦੂਰ ਵਰਗ ਹੈ ਉਹ ਲੋਕ ਲੁਭਾਊ ਨੀਤੀਆਂ ਦੇ ਵਿੱਚ ਆ ਕੇ ਵੋਟ ਪਾ ਰਿਹਾ। ਇਕੱਲਾ ਮਜ਼ਦੂਰ ਵਰਗ ਹੀ ਨਹੀਂ, ਕਿਸਾਨ ਵੀ। ਅਗਰ ਉਹ ਕਿਸਾਨ ਦੀ ਗੱਲ ਸੋਚੀਏ ਵੀ ਬਿਜਲੀ ਵੀ ਫ੍ਰੀ ਆ, ਸਭ ਕੁਝ, ਫਿਰ ਵੀ ਕਿਸਾਨ ਦੀ ਆਰਥਿਕ ਹਾਲਤ ਬਹੁਤ ਮਾੜੀ ਆ, ਕਿਉਂਕਿ ਅਸਲ ਵਿੱਚ ਜੋ ਮਿਲਣਾ ਚਾਹੀਦਾ ਉਹ ਮਿਲ ਨਹੀਂ ਰਿਹਾ। ਇਹਨਾਂ ਨੂੰ ਤੁਸੀਂ ਉਹਦੇ ਭਾਅ ਵਧੀਆ ਦਿਓ, ਉਹਨਾਂ ਦੀਆਂ ਖਾਦ ਜਿਹੜੀ ਹੈ ਉਹਦਾ ਬੀਜਾਂ ਦਾ ਰੇਟ ਜਿਹੜਾ ਉਹ ਘੱਟ ਕਰੋ। ਇਹਦੇ ਵਿੱਚ ਮੈਂ ਆਪਣਾ ਕੁਲਵੰਤ ਜੀ ਇਹ ਗੱਲ ਵੀ ਦੱਸਣਾ ਚਾਹੁੰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਰਡੀਨੈਂਸ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਆ, ਤੇ ਉਹਨਾਂ ਦਾ ਵੀ ਕਿਹਾ ਜਾਂਦਾ ਹੈ ਕਿ ਕਿਸਾਨ ਦੇ ਉੱਤੇ ਮਾਰੂ ਪ੍ਰਭਾਵ ਪਊਗਾ ਜੀ। ਠੀਕ ਹੈ, ਕੁਝ ਮਾਹਰ ਕਹਿੰਦੇ ਵੀ ਇਹ ਸਹੀ ਹੈ, ਕੁਝ ਕਹਿੰਦੇ ਨਹੀਂ ਹੈ। ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਵੀ ਅਸਲ ਦੇ ਵਿੱਚ ਕੀ ਹੈ। ਤੇ ਜਿਸ ਤਰੀਕੇ ਦੇ ਨਾਲ ਇਹ ਆਰਡੀਨੈਂਸ ਆ ਰਹੇ ਨੇ, ਇਹ ਵੀ ਕਿਸਾਨਾਂ ਦੇ ਉੱਤੇ ਭਾਰੂ ਪੈ ਸਕਦੇ ਆ। ਤੇ ਇਹਦੇ ਨਾਲ ਕੁਝ ਇਹ ਵੀ ਗੱਲ ਕਹਿਣੀ ਬਣਦੀ ਹੈ ਕਿ ਕਿਸਾਨ ਜੋ ਹੈਗੇ ਆ, ਠੀਕ ਹੈ, ਜੇਕਰ ਕਿਸੇ ਕੋਲ 5 ਕਿੱਲੇ ਨੇ, 4 ਕਿੱਲੇ ਨੇ, ਜਾਂ 7 ਕਿੱਲੇ, 10 ਕਿੱਲੇ ਨੇ, ਉਹਨਾਂ ਉੱਤੇ ਕਰਜ਼ਾ ਚੜ੍ਹਦਾ ਕਿਉਂ ਹੈ ਜੀ? ਇਹ ਵੀ ਮਤਲਬ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਹੈ ਕਿ ਕਿਸਾਨਾਂ ਦੇ ਵਿੱਚ ਇੱਕ ਇਸ ਤਰੀਕੇ ਦੀ ਹੋੜ ਵੀ ਲੱਗੀ ਹੋਈ ਹੈ ਕਿ ਮੁਕਾਬਲੇਬਾਜ਼ੀ ਚੱਲ ਰਹੀ ਹੈ ਜੀ। ਜੇਕਰ ਪਿੰਡ ਦੇ ਵਿੱਚ ਗੁਆਂਢੀ ਨੇ ਵਧੀਆ ਕੋਠੀ ਪਾਈ ਹੈ, ਆਪ ਵੀ ਵੱਡੀ ਕੋਠੀ ਪਾਉਣੀ ਹੈ ਜੀ। ਜੇਕਰ ਕੁੜੀ ਦਾ ਵਿਆਹ ਕਰਨਾ ਤਾਂ ਵੱਡੇ ਮੈਰਿਜ ਪੈਲੇਸ ਦੇ ਵਿੱਚ ਕਰਨਾ ਹੈ, ਜੇਕਰ ਉਸ ਨੂੰ ਦਾਜ ਦੇ ਵਿੱਚ ਦੇਣਾ ਤਾਂ ਵੱਡੀ ਕਾਰ। ਇਹ ਆਪਾਂ ਮੁੱਦਾ ਕਿਸੇ ਦਿਨ ਜਿਹੜੀ ਕਿਸਾਨਾਂ ਦੀਆਂ ਗਲਤੀਆਂ ਫਿਰ ਲਵਾਂਗੇ। ਅੱਜ ਜਿਹੜੀ ਸਰਕਾਰ ਦੀਆਂ ਅਣਗਹਿਲੀਆਂ ਨੇ, ਦੇਖੋ ਇਹ ਵੀ ਤਾਂ ਕਾਰਨ ਹੈਗਾ ਨਾ ਕਿ ਜਿਹੜੇ ਕਿਸਾਨਾਂ ਦੇ ਉੱਤੇ ਜਿਹੜੇ ਰੁਜ਼ਗਾਰ, ਜਿਹੜੇ ਕਰਜ਼ੇ ਵਧੇ ਨੇ, ਉਸ ਦਾ ਕਾਰਨ ਇਹ ਵੀ ਤਾਂ ਹੈ। ਉਹ ਹੈਗਾ, ਲੇਕਿਨ ਕਿਸਾਨ ਨੂੰ ਜਿਹੜਾ ਮਾਰਨ ਵਾਸਤੇ ਸਭ ਤੋਂ ਵੱਡਾ ਜਿਹੜਾ ਇਹਨਾਂ ਨੇ ਪਾਪ ਕੀਤਾ, ਉਹ ਜਿਹੜੀਆਂ ਸਬਸਿਡੀਆਂ ਨਹੀਂ ਦੇਣੀਆਂ ਚਾਹੀਦੀਆਂ ਉਹ ਦਿੱਤੀਆਂ, ਤੇ ਜਿੱਥੇ ਉਹਨਾਂ ਨੂੰ ਲਾਭ ਦੇਣੇ ਚਾਹੀਦੇ ਸੀ ਉਹ ਨਹੀਂ ਦਿੱਤੇ ਗਏ। ਮੇਰੇ ਖਿਆਲ 'ਚ ਤਾਂ ਹੀ ਆ। ਦੇਖੋ ਗੱਲ ਇਹ ਹੈ, ਤੁਹਾਡੀ ਗੱਲ ਆਪਣੀ ਜਗ੍ਹਾ ਤੇ ਠੀਕ ਹੈ, ਪਰ ਤੁਸੀਂ ਇਹ ਵੀ ਦੇਖੋ ਨਾ ਕਿ ਜਿਹੜੇ ਪੰਜਾਬ ਦੇ ਵਿੱਚ ਕਿਸਾਨ ਨੇ, ਉਹਨਾਂ ਕੋਲ ਜਿਹੜਾ ਹੈਗਾ ਇਸ ਤਰੀਕੇ ਦਾ ਕਰਜ਼ਾ ਵੀ ਵਧਿਆ, ਤੇ ਜਦੋਂ ਕਰਜ਼ੇ ਤਾਰਨੇ ਹੁੰਦੇ ਆ ਉਹ ਉੱਤਰਤੇ ਨਹੀਂ ਹੈਗੇ। ਉਹ ਆੜ੍ਹਤੀਆਂ ਤੋਂ ਪੈਸੇ ਲੈਦਾ, ਫਿਰ ਆੜ੍ਹਤੀ ਤੰਗ ਕਰਦੇ, ਫਿਰ ਉਹ ਖੁਦਕੁਸ਼ੀ ਕਰ ਦਿੰਦੇ ਆ। ਫਿਰ ਵੀ ਉਹ ਜਿਹੜੇ ਖੁਦਕੁਸ਼ੀ ਹੈ ਉਸ ਖਾਤੇ 'ਚ ਪੈ ਜਾਂਦੀ ਹੈ ਕਿ ਉਸ ਨੇ ਕਰਜ਼ਾ ਲਿਆ ਸੀ। ਕਰਜ਼ਾ ਕਿਸ ਖਾਤਰ ਲਿਆ, ਇਹ ਨਹੀਂ ਵਿੱਚ ਸ਼ਾਮਲ ਹੁੰਦਾ ਹੈ। ਇਹ ਜਿਹੜਾ ਖੇਤੀਬਾੜੀ ਵਾਸਤੇ ਲਿਆ ਸੀਗਾ ਕਿ ਘਰੇਲੂ ਖਰਚਿਆਂ ਵਾਸਤੇ ਲਿਆ ਗਿਆ ਸੀਗਾ, ਤੇ ਇਹ ਵੀ ਬੜੀ ਵੱਡੀ ਗੱਲ ਹੈ। ਤੇ ਇਸ ਮੁੱਦੇ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਕਿ ਜਿਹੜੇ ਕਿਸਾਨ ਨੇ ਔਰ ਮਜ਼ਦੂਰ ਆ, ਉਹਨਾਂ ਨੂੰ ਸਰਕਾਰ ਦੀਆਂ ਜਿਹੜੀਆਂ ਲੋਕ ਲੁਭਾਊ ਨੀਤੀਆਂ ਨੇ ਉਹਨਾਂ ਤੋਂ ਹਟ ਕੇ ਆਪਣੇ ਹੱਕੀ ਜਿਹੜੇ ਹੱਕੀ ਮੰਗਾਂ ਵਾਸਤੇ ਜ਼ੋਰ ਦੇਣਾ। ਹਾਂ, ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਠੀਕ ਹੈ ਕਿ ਕਿਸਾਨਾਂ ਵਾਸਤੇ ਬੜਾ ਕੁਝ ਹੋਣਾ ਚਾਹੀਦਾ ਹੈ, ਜੇ ਦੁਨੀਆ ਦੇ ਵਿੱਚ ਮਜ਼ਦੂਰਾਂ ਵਾਸਤੇ ਵੀ ਹੋਣਾ ਚਾਹੀਦਾ। ਜਿਹੜੇ ਆਪਾਂ ਦੇਖੀਏ ਵਿਦੇਸ਼ਾਂ ਦੇ ਵਿੱਚ ਵੀ ਸਬਸਿਡੀਆਂ ਦਿੱਤੀਆਂ ਜਾਂਦੀਆਂ ਨੇ, ਪਰ ਸਬਸਿਡੀਆਂ ਦਾ ਗਲਤ ਇਸਤੇਮਾਲ ਨਹੀਂ ਹੋਣਾ ਚਾਹੀਦਾ ਜੀ। ਠੀਕ ਹੈ, ਜੇਕਰ ਹੁਣ ਇੱਕ ਸੂਬਾ ਹੈ, ਉਹਦੀ ਆਰਥਿਕ ਦਲ ਦੇ ਉੱਤੇ ਇੰਨਾ ਜ਼ਿਆਦਾ ਬੋਝ ਪਿਆ ਹੋਇਆ ਹੈ ਕਿ ਉਸ ਦਾ ਉੱਠਣਾ ਬੜਾ ਔਖਾ ਹੋਇਆ ਹੈ, ਤਾਂ ਉਸ ਮਾਮਲੇ ਦੇ ਜੇ ਆਪਾਂ ਸਬਸਿਡੀਆਂ ਘਟਾ ਵੀ ਦੇਵਾਂਗੇ ਤਾਂ ਉਹਦੇ ਵਿੱਚ ਕੋਈ ਹਰਜ ਨਹੀਂ ਹੈਗਾ। ਨਹੀਂ, ਸਬਸਿਡੀਆਂ ਹੁਣ ਤੁਸੀਂ ਦੱਸੋ ਨਾ ਵੀ ਕਿਸਾਨ ਨੂੰ ਬਿਜਲੀ ਫ੍ਰੀ ਹੈ, ਲੇਕਿਨ ਮਜ਼ਦੂਰ ਜਿਹੜਾ ਰਿਕਸ਼ਾ ਚਲਾ ਰਿਹਾ ਉਹਦਾ 12,000 15,000 ਬਿੱਲ ਆ ਰਿਹਾ। ਇਹ ਸਬਸਿਡੀਆਂ ਦਾ ਫਿਰ ਬੈਲੈਂਸ ਨਹੀਂ ਨਾ ਕਿਤੇ ਵੀ ਆ ਰਿਹਾ। ਹਾਂ, ਉਹ ਗੱਲ ਵੀ ਅਲੱਗ ਹੈ ਕਿ ਇਸ ਸੰਬੰਧ ਵਿੱਚ ਸਰਕਾਰਾਂ ਨੂੰ ਜਿਹੜੀ ਹੈਗੀ ਆ ਆਪਣੀ ਨੀਤੀਆਂ ਦੇ ਵਿੱਚ ਸੁਧਾਰ ਕਰਨਾ ਚਾਹੀਦਾ। ਜਿਸ ਤਰੀਕੇ ਨਾਲ ਮਹਿੰਗੀ ਬਿਜਲੀ ਆ ਰਹੀ ਹੈ, ਹੋਰ ਨਾਲ ਸਾਡੇ ਹਰਿਆਣੇ ਦੇ ਵਿੱਚ ਸਸਤੀ ਹੋ ਗਈ, ਦਿੱਲੀ ਦੇ ਵਿੱਚ ਸਸਤੀ ਹੋ ਗਈ, ਪੰਜਾਬ ਦੇ ਵਿੱਚ ਸਭ ਤੋਂ ਪੰਜਾਬ ਜਿੱਥੇ ਬਿਜਲੀ ਬਣਾ ਰਿਹਾ ਤੇ ਉਹਦੀ ਬਿਜਲੀ ਉਹ ਮਹਿੰਗਾ ਦੇ ਰਿਹਾ, ਤੇ ਦਿੱਲੀ ਜਿਹੜੀ ਬਿਜਲੀ ਖਰੀਦ ਰਹੀ ਆ ਉਹ 4 ਰੁਪਏ ਯੂਨਿਟ ਦੇ ਰਿਹਾ। ਇਸ ਗੱਲ ਕਰਕੇ ਜਿਹੜੀ ਇਹ ਸਰਕਾਰ ਹੈ ਉਸ ਨੂੰ ਆਪਣੀ ਨੀਤੀਆਂ ਦੇ ਉੱਤੇ ਜਿਹੜਾ ਹੈਗਾ ਮੁਲਾਂਕਣ ਕਰਨਾ ਚਾਹੀਦਾ, ਤੇ ਮੁਲਾਂਕਣ ਕਰਕੇ ਜਿਹੜੇ ਗਰੀਬ ਲੋਕ ਨੇ, ਗਰੀਬ ਕਿਸਾਨ ਨੇ, ਗਰੀਬ ਮਜ਼ਦੂਰ ਨੇ, ਉਹਨਾਂ ਦੀ ਭਲਾਈ ਦੇ ਲਈ ਨਵੀਆਂ ਸਕੀਮਾਂ ਲੈ ਕੇ ਨਾਲੋਂ ਨਾਲ ਜਿਹੜਾ ਸਾਡਾ ਵੋਟਰ ਹੈ, ਵੋਟਰ ਨੂੰ ਵੀ ਜਾਗਰੂਕ ਹੋਣਾ ਪਵੇਗਾ। ਤਾਂ ਹੀ ਇਹ ਜਿਹੜੀਆਂ ਖੁਦਕੁਸ਼ੀਆਂ ਨੇ, ਜਿਹੜਾ 35.5% ਦਾ ਇਹ ਵਾਧਾ ਨਾ, ਇਹ ਬੜਾ ਗੰਭੀਰ ਹੈ, ਤੇ ਇਸ ਦੇ ਸੰਬੰਧ ਵਿੱਚ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਹਮੇਸ਼ਾ ਸੋਚਣਾ ਚਾਹੀਦਾ। ਅਗਲੀ ਗੱਲ ਆਪਾਂ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ, ਜਿਹੜੇ 2015 ਦੇ ਵਿੱਚ ਕੁਝ ਅਗਨ ਭੇਟ ਹੋ ਗਏ ਤੇ ਕੁਝ ਬੇਨਿਯਮੀਆਂ ਨਾਲ ਲੋਕਾਂ ਨੂੰ ਦਿੱਤੇ ਗਏ, ਉਹ ਮੁੱਦਾ ਦਬ ਲਿਆ ਗਿਆ। ਤੇ ਅੱਜ ਉਹ ਮੁੱਦਾ ਜਦੋਂ ਸਿੰਘ ਸਾਹਿਬ ਨੇ ਇਹਦੇ ਤੇ ਕਾਰਵਾਈ ਕੀਤੀ ਹੈ, ਸਖਤੀ ਦਿਖਾਈ ਆ, ਤਾਂ ਹੁਣ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹ ਸੁਖਬੀਰ ਬਾਦਲ ਦੀ ਕੋਠੀ ਦਾ ਘਿਰਾਓ ਕਰ ਰਹੀਆਂ ਨੇ। ਇਹਦੇ ਪਿੱਛੇ ਕੀ ਗੱਲ? ਦੇਖੋ, ਗੱਲ ਇਹ ਹੈ ਕਿ
ਸੁਖਬੀਰ ਬਾਦਲ ਦੇ ਖਿਲਾਫ ਕਿਉਂ ਇਹ ਘਰਾ ਹੋ ਰਿਹਾ। ਜੀ ਉਹਦਾ ਕਾਰਨ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਜੀ ਉਹਨਾਂ ਦਾ ਕਬਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਹੈ। ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੇ ਗੁਰਦੁਆਰਾਂ ਦਾ ਪ੍ਰਬੰਧ ਕਰਨਾ ਹੈ। ਜੀ ਉਹ ਪ੍ਰਬੰਧ ਕਰਦੀ ਹੈ ਕਿ ਉੱਥੇ ਇੰਨੀ ਸਬਜ਼ੀ ਆਈ ਹੈ, ਉਹਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ। ਇੰਨੀ ਦਾਲ ਆਈ ਹੈ, ਉਹਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ। ਕਣਕ ਆਈ ਹੈ, ਉਹਦਾ ਹਿਸਾਬ ਰੱਖਿਆ। ਗੋਲਕ ਵਿੱਚ ਕਿੰਨੇ ਪੈਸੇ ਆਏ ਆ, ਉਸ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ। ਅਤੇ ਕਿੰਨੇ ਮੁਲਾਜ਼ਮ ਨੇ, ਉਹਨਾਂ ਨੂੰ ਕਿੰਨੀ ਕਿੰਨੀ ਤਨਖਾਹ ਦੇਣੀ ਆ, ਉਸ ਗੱਲ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ। ਅਤੇ ਜਿੰਨੇ ਵੀ ਪ੍ਰਧਾਨ ਹੈ, ਜਿੰਨੇ ਵੀ ਅਹੁਦੇਦਾਰ ਨੇ, ਉਹਨਾਂ ਦੀ ਗੱਡੀਆਂ ਦੇ ਵਿੱਚ ਤੇਲ ਵੀ ਪਾਏ ਜਾਂਦੇ, ਉਹਨਾਂ ਗੱਲਾਂ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ। ਅਤੇ ਜਿਹੜੇ ਗੁਰਦੁਆਰਾ ਸਾਹਿਬਾਨ ਨੇ, ਉਹ ਕਿਸ ਵਾਸਤੇ ਬਣੇ ਨੇ? ਜੀ ਉਹਨਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੱਖਣਾ ਹੁੰਦਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੁੰਦਾ ਹੈ, ਅਤੇ ਉਸ ਦੀ ਅਸੀਂ ਰਾਖੀ ਨਹੀਂ ਕਰ ਸਕੇ। ਜੀ ਆਪਣੇ ਗੁਰੂ ਦਾ ਸਾਨੂੰ ਸਤਿਕਾਰ, ਜਿਹਦੇ ਕਰਕੇ ਸਾਰਾ ਕੁਝ ਸਿਸਟਮ ਚੱਲਦਾ ਹੈ, ਜੀ ਜੀ ਉਹਨੂੰ ਅਸੀਂ ਉਹਦੀ ਰੱਖਿਆ ਨਹੀਂ ਕਰ ਸਕੇ ਹੈਗੇ। ਜੀ ਜੀ ਪਹਿਲਾਂ 267 ਸੀਗੇ, ਜਦੋਂ ਇਸ ਦੀ ਜਾਂਚ ਸ਼ੁਰੂ ਹੋਈ ਤਾਂ 328 ਬਣ ਚੁੱਕੇ ਨੇ, ਤੇ ਹੁਣ 400 ਤੋਂ ਵੀ ਉੱਤੇ ਚਲੇ ਗਏ। ਉਹ ਚਲੇ ਜਾਣੇ ਆ। ਤੇ ਇਹਦਾ ਕਾਰਨ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਉੱਤੇ ਵਾਰੀ-ਵਾਰੀ ਇਸ ਤਰ੍ਹਾਂ ਦੇ ਦੋਸ਼ ਲੱਗਦੇ ਆ ਰਹੇ ਨੇ ਕਿ ਉਸ ਵੱਲੋਂ ਜੋ ਵੀ ਕੋਈ ਧਾਰਮਿਕ ਮੁੱਦਾ ਉੱਠਦਾ ਹੈ, ਉਹਦੇ ਉੱਤੇ ਗੰਭੀਰਤਾ ਨਹੀਂ ਦਿਖਾਈ ਜਾਂਦੀ ਹੈਗੀ। ਜੇ ਕਈ ਵਾਰ ਕਮੇਟੀਆਂ ਬਣਾ ਦਿੱਤੀ ਜਾਂਦੀਆਂ ਨੇ, ਫਿਰ ਕਮੇਟੀਆਂ ਦੀ ਮੀਟਿੰਗ ਹੀ ਨਹੀਂ ਹੁੰਦੀ ਹੈ ਕਈ ਮਤਲਬ ਮਹੀਨੇ ਹੈਗੇ। ਜੇ ਕਮੇਟੀ ਕੋਈ ਰਿਪੋਰਟ ਦੇ ਦਿੰਦੀ ਹੈ ਤਾਂ ਉਹਦੇ ਉੱਤੇ ਅਮਲ ਨਹੀਂ ਹੁੰਦਾ ਹੈ। ਇਹ ਆਪਾਂ ਕਹਿ ਸਕਦੇ ਹਾਂ ਇਹ ਪਹਿਲੀ ਵਾਰ ਹੋਇਆ ਕਿ 1 ਮਹੀਨੇ ਪਹਿਲਾਂ ਜਿਹੜਾ ਹੈ ਆਪਣੇ ਜਥੇਦਾਰ ਸਾਹਿਬ ਜਿਹੜੇ ਹਰਪ੍ਰੀਤ ਸਿੰਘ ਜੀ ਨੇ, ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਇਹਨਾਂ ਦੀ ਜਿਹੜੀ ਜਾਂਚ ਹੋਊਗੀ 1 ਮਹੀਨੇ ਦੇ ਵਿੱਚ ਅਸੀਂ ਕਰਕੇ ਰਿਪੋਰਟ ਦੇ ਦਾਂਗੇ। ਇਸੇ ਗੱਲ ਕਰਕੇ ਉਹਨਾਂ ਨੇ ਜਿਹੜੀ ਹਾਈ ਕੋਰਟ ਦੀ ਜੱਜ ਨਵੀਤਾ ਸਿੰਘ ਅਤੇ ਜਿਹੜੇ ਹੈਗੇ ਤੇਲੰਗਾਨਾ ਦੇ ਜਿਹੜੇ ਵਕੀਲ ਹੈਗੇ ਈਸ਼ਰ ਸਿੰਘ, ਉਹਨਾਂ ਨੂੰ ਦਿੱਤੀ ਸੀਗੀ। ਅਤੇ ਇਹ ਗੱਲ ਲੱਗ ਗਿਆ ਕਿ ਜਿਹੜੇ ਜੱਜ ਸਾਹਿਬ ਸੀਗੇ ਉਹ ਇਸ ਜਾਂਚ ਦੇ ਵਿੱਚ ਬਾਹਰ ਨਿਕਲ ਗਏ ਸੀਗੇ। ਅਤੇ ਇਹ ਠੀਕ ਹੈ ਕਿ ਉਹ ਜਾਂਚ ਸਾਹਮਣੇ ਆਈ, ਜਿਹੜੀਆਂ ਗਲਤੀਆਂ ਹੋਈਆਂ ਉਹ ਵੀ ਸਾਹਮਣੇ ਆ ਚੁੱਕੀਆਂ ਨੇ। ਪਰ ਹੁਣ ਮਸਲਾ ਇਹੀ ਹੈ ਕਿ ਆਖਿਰਕਾਰ ਇਹ ਤਾਂ ਦੱਸਣਾ ਹੀ ਪਊਗਾ ਨਾ, ਇਹ ਜ਼ਿੰਮੇਵਾਰੀ ਤਾਂ ਸੁਖਬੀਰ ਬਾਦਲ ਉਹਨਾਂ ਨੂੰ ਲੈਣੀ ਪੈਗੀ ਹੈ ਨਾ। ਇਹ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਸੀ ਗਏ ਕਿੱਥੇ ਹੈ? ਜੇ ਅਗਨੀ ਭੇਟ ਹੋਏ ਤਾਂ ਤੁਸੀਂ ਦੱਸੋ ਵੀ ਅਗਨੀ ਭੇਟ ਇੰਨੇ ਰਿਪੋਰਟ ਜਨਤਕ ਕਰੋ ਨਾ, ਜਨਤਕ ਕਰੋ। ਤੇ ਜਿੰਨੇ ਵੀ ਸਰੂਪ ਗਾਇਬ ਹੋਏ ਜਾਂ ਕਿਸੇ ਹੋਰ ਨੂੰ ਦਿੱਤੇ ਗਏ ਨੇ ਉਸ ਬਾਰੇ ਦੱਸੋ। ਤੇ ਜਿਹੜੇ ਠੀਕ ਹੈ, ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਰਮਚਾਰੀ ਇਸ ਦੇ ਦੋਸ਼ੀ ਨੇ, ਉਹਨਾਂ ਨੂੰ ਤਾਂ ਤੁਸੀਂ ਸਜ਼ਾਵਾਂ ਦੇ ਦਿੱਤੀਆਂ, ਪਰ ਉਹਨਾਂ ਲੋਕਾਂ ਨੂੰ ਵੀ ਤਾਂ ਲੱਭੋ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਫਲਾਣੇ ਬੰਦੇ ਨੂੰ ਤੁਸੀਂ ਸਿਫਾਰਿਸ਼ਾਂ ਕੀਤੀਆਂ, ਜਿਨ੍ਹਾਂ ਦੀ ਸਿਫਾਰਿਸ਼ਾਂ ਕੀਤੀਆਂ, ਤੇ ਉਹਨਾਂ ਦੇ ਖਿਲਾਫ ਵੀ ਤਾਂ ਕਾਰਵਾਈ ਹੋਣੀ ਚਾਹੀਦੀ ਹੈ। ਇਹ ਤਾਂ ਛੋਟੀਆਂ ਮੱਛੀਆਂ ਨੇ, ਵੱਡੀਆਂ ਮੱਛੀਆਂ ਤਾਂ ਹੋਰ ਵੀ ਹੋ ਸਕਦੀਆਂ ਜਿਨ੍ਹਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਮਗਰਮੱਛ ਬੈਠੇ ਨੇ। ਤੇ ਇਸੇ ਗੱਲ ਕਰਕੇ ਸ਼੍ਰੋਮਣੀ ਅਕਾਲੀ ਦਲ ਇਸੇ ਗੱਲ ਕਰਕੇ ਬਹੁਤ ਜ਼ਿਆਦਾ ਬਦਨਾਮ ਹੋ ਰਿਹਾ ਹੈ, ਕਿਉਂਕਿ ਜਦੋਂ ਸੱਤਾ ਦਾ ਨਸ਼ਾ ਸੀਗਾ ਤਾਂ ਉਹਨਾਂ ਨੇ ਸਿੱਖ ਮੁੱਦਿਆਂ ਦੇ ਉੱਤੇ ਬਿਲਕੁਲ ਧਿਆਨ ਨਹੀਂ ਦਿੱਤਾ ਹੈਗਾ, ਤੇ ਉਹਨਾਂ ਨੂੰ ਤਲਾਂਜਲੀ ਦਿੱਤੀ। ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਸੀਗਾ ਕਿ ਜਿਹੜੇ ਲੋਕ ਨੇ ਉਹ ਮੂਰਖ ਨੇ, ਜੇ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਉਹ ਆਪਣੇ ਆਪ ਹੀ ਭੁੱਲ ਜਾਣਗੇ। ਤੇ ਪਰ ਅਜਿਹਾ ਹੋਇਆ ਨਹੀਂ। ਉਹੀ ਮੁੱਦੇ ਜਿਹੜੇ ਹੈਗੇ ਅਕਾਲੀ ਦਲ ਦੇ ਲਈ ਬਹੁਤ ਗੰਭੀਰ ਬਣ ਚੁੱਕੇ। ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਤਾਂ ਚਲੋ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ। ਤੇ ਹੁਣ ਜੋ ਕੱਲ ਤੁਸੀਂ ਸੁਮੇਧ ਸੈਣੀ ਦੀ ਗੱਲ ਹੈ, ਉਹ ਹਾਈ ਕੋਰਟ ਦੇ ਵਿੱਚ ਗਿਆ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਅਗਾਊਂ ਜ਼ਮਾਨਤ ਦਿੱਤੀ ਜਾਵੇ, ਤੇ ਹਲੇ ਹਾਈ ਕੋਰਟ ਨੇ ਕੋਈ ਫੈਸਲਾ ਨਹੀਂ ਲਿਆ। ਪਰ ਤੁਸੀਂ ਕਦੇ ਦੇਖਿਆ ਕਿ ਸੁਮੇਧ ਸੈਣੀ ਨੂੰ ਪ੍ਰਮੋਸ਼ਨ ਦੇ ਕੇ ਜਿਹੜਾ ਹੈਗਾ ਪੁਲਿਸ ਮੁਖੀ ਕਿਸ ਨੇ ਬਣਾਇਆ? ਉਹ ਇੱਕ ਪੰਥਕ ਜਥੇਬੰਦੀ ਨੇ, ਇੱਕ ਅਕਾਲੀ ਦਲ ਨੇ ਬਣਾਇਆ। ਠੀਕ ਹੈ, ਅਕਾਲੀ ਦਲ ਦੇ ਉੱਤੇ ਇਹ ਜ਼ਿੰਮੇਵਾਰੀ ਸੀ ਕਿ 80 ਦੇ ਦਹਾਕੇ ਵਿੱਚ, 90 ਦੇ ਦਹਾਕੇ ਦੇ ਵਿੱਚ ਜਿਹੜੇ ਨੌਜਵਾਨ ਜਿਹੜੇ ਮਤਲਬ ਝੂਠੇ ਮੁਕਾਬਲੇ ਵਿੱਚ ਮਾਰੇ ਗਏ, ਉਹਨਾਂ ਦਾ ਪਤਾ ਲਾਉਂਦੀ। ਸਭ ਤੋਂ ਵੱਧ ਸੁਮੇਧ ਸੈਣੀ ਨੇ ਉਹਦੇ ਚ ਉਹ ਚਲੋ ਮਾਰਨ ਵਾਲੇ ਤਾਂ ਉਹਦੇ ਵਿੱਚ ਰਵੇਰੋ ਵੀ ਆਉਂਦਾ ਹੈ, KPS ਗਿੱਲ ਵੀ ਆਉਂਦਾ ਹੈ, ਤੇ ਸੈਣੀ ਵੀ ਉਹਨਾਂ ਦੇ ਬਰਾਬਰ ਹੀ ਹੈ ਸਮੇਧ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਜਿਹੜੇ ਮਤਲਬ ਇਸ ਗੱਲ ਦਾ ਤਾਂ ਰਿਕਾਰਡ ਹੋਣਾ ਚਾਹੀਦਾ ਨਾ ਕਿ ਇਹ ਜ਼ਿੰਮੇਵਾਰੀ ਕਿਹਦੀ ਬਣਦੀ ਸੀ? ਅਕਾਲੀ ਦਲ ਦੀ ਬਣਦੀ ਸੀ। ਕਾਂਗਰਸ ਕਿਉਂ ਕਰੂਗੀ? ਕਾਂਗਰਸ ਨੇ ਤਾਂ ਨਹੀਂ ਇਸ ਗੱਲ ਦਾ ਮਤਲਬ, ਕਿਉਂਕਿ ਕਾਂਗਰਸ ਦੇ ਤਾਂ ਦੋਸ਼ ਹੈ। ਜਿਹੜੇ KPS ਗਿੱਲ ਆ ਜਾਂ ਬੇਅੰਤ ਸਿੰਘ ਹੈ, ਉਹ ਤਾਂ ਜਿਹੜੇ ਬੇਅੰਤ ਸਿੰਘ ਕਾਂਗਰਸ ਦੀ ਮੁੱਖ ਮੰਤਰੀ ਹੈ,
ਜਿਹਨੇ ਜਿਹੜਾ KPS ਨੂੰ ਮਤਲਬ ਖੁੱਲ੍ਹ ਦੇਤੀ ਵੀ ਜਿਵੇਂ ਮਰਜ਼ੀ ਖਾੜਕੂਵਾਦ ਨੂੰ ਖਤਮ ਕਰ, ਉਹਨਾਂ ਨੇ ਫੜ ਕੇ ਜਿਹੜੇ ਨੌਜਵਾਨਾਂ ਨੂੰ ਮਾਰਿਆ। ਤੇ ਇਹ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਹੁਣ ਤੁਹਾਨੂੰ ਮੈਂ ਦੱਸਦਾ ਕਿ ਜਿਹੜੇ ਬੰਦੇ ਨੇ ਇਹ ਕੋਸ਼ਿਸ਼ ਕੀਤੀ ਵੀ ਜਿਹੜੇ ਨੌਜਵਾਨ ਨੇ ਨਜਾਇਜ਼ ਮਾਰੇ ਗਏ ਨੇ ਜਾਂ ਜਿਹਨਾਂ ਮਤਲਬ ਲਾਸ਼ਾਂ ਦਾ ਸੰਸਕਾਰ ਕੀਤਾ, ਜਸਵੰਤ ਸਿੰਘ ਖਾਲੜਾ ਨੇ ਹਾਂਜੀ, ਤੇ ਉਹਨਾਂ ਨੇ ਜਿਹੜੇ ਨਾਲ ਗੁਰਦੇਵ ਸਿੰਘ ਕੌਂਕੇ ਹੈ, ਤੇ ਉਹਨਾਂ ਨੂੰ ਸਾਰੇ ਜਿਹੜੇ ਹੈਗੇ ਆ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ। ਉਹਨਾਂ ਦਾ ਕੁਝ ਬਣਿਆ ਹੀ ਨਹੀਂ ਜੀ, ਉਹਨਾਂ ਦਾ ਕੁਝ ਬਣਿਆ ਨਹੀਂ। ਇਹ ਤਾਂ ਵੱਡੀਆਂ ਹਸਤੀਆਂ ਸੀਗੀਆਂ, ਬਹੁਤ ਸਾਰੇ ਜਿਹੜੇ ਮੇਰੇ ਤੇਰੇ ਵਰਗੇ ਸੀਗੇ ਉਹਨਾਂ ਨੂੰ ਵੀ ਬਹੁਤ ਸਾਰਿਆਂ ਨੂੰ ਮਾਰਿਆ। ਉਹਦਾ ਇਹੀ ਸੀਗਾ ਕਿ ਕਿਵੇਂ ਨਾ ਕਿਵੇਂ ਜਿਹੜੇ ਪੁਲਿਸ ਵਾਲੇ ਪੈਸਾ ਇਕੱਠਾ ਕਰਨ, ਕਿਉਂਕਿ ਉਹਨਾਂ ਦੇ ਸਿਰ ਦੇ ਉੱਤੇ ਲੱਖਾਂ ਰੁਪਏ ਦਾ ਇਨਾਮ ਸੀਗਾ। ਤੇ ਇਸ ਗੱਲ ਕਰਕੇ ਜੇ ਕਿਤੇ ਉਹ ਫੜਿਆ ਜਾਂਦਾ ਸੀਗਾ ਉਹਦੇ ਖਿਲਾਫ ਜਿਹੜੀ ਹੈ ਕੋਈ ਕਾਨੂੰਨੀ ਕਾਰਵਾਈ ਤਾਂ ਨਹੀਂ ਕੀਤੀ ਜਾਂਦੀ ਸੀ। ਇਹ ਕਹਿੰਦੇ ਸੀਗੇ ਉਹ ਲੈ ਕੇ ਜਾ ਰਹੇ ਸੀਗੇ ਜੀਪ ਦੇ ਵਿੱਚ, ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹ ਮਾਰਿਆ ਗਿਆ। ਤੇ ਦਰਸ਼ਨ ਜੀ, ਤੁਸੀਂ ਸਿਆਸਤ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਔਰ ਤੁਹਾਡੇ ਜਿਹੜੇ ਲੇਖ ਅਖਬਾਰਾਂ 'ਚ ਛਪਦੇ ਰਹਿੰਦੇ ਆ। ਆਖਿਰ ਦੇ ਵਿੱਚ ਵੋਟਰਾਂ ਨੂੰ ਇੱਕ ਅਪੀਲ ਕਰੋ ਕਿ ਇਹਨਾਂ ਲੋਕਾਂ ਤੋਂ ਸਾਵਧਾਨ ਹੋ ਕੇ ਜਾਗਰੂਕ ਹੋਣ, ਪਾਰਟੀਆਂ ਦੀ ਚੰਗੀ ਤੇ ਮਾੜੀ ਜਿਹੜੀ ਨੀਤੀ ਹੈ ਉਹਨੂੰ ਸਮਝਣ। ਇਹ ਇੱਕ ਅਪੀਲ ਜ਼ਰੂਰ। ਦੇਖੋ, ਗੱਲ ਇਹ ਹੈ ਕਿ ਇਸ ਸਮੇਂ ਆਪਾਂ ਜਾਗਰੂਕਤਾ ਅੱਜ ਤੋਂ ਨਹੀਂ ਜੀ, ਸ਼ੁਰੂ ਤੋਂ ਹੀ ਬੰਦਾ ਲੋਕ ਕਹਿੰਦੇ ਆ, ਜਿਹੜੇ ਪੜ੍ਹੇ ਲਿਖੇ ਨੇ ਵਿਦਵਾਨ ਲੋਕ ਨੇ, ਉਹ ਕਹਿੰਦੇ ਆ ਕਿ ਸਾਨੂੰ ਜਿਹੜੀ ਵੋਟ ਦੇਣੀ ਹੈ ਬੜੀ ਸੁਚੇਤ ਹੋ ਕੇ ਦੇਣੀ ਪੈਣੀ ਹੈ ਜੀ। ਤੇ ਚਾਹੇ ਅਕਾਲੀ ਦਲ ਹੈ ਚਾਹੇ ਕਾਂਗਰਸ ਹੈ। ਤੇ ਜਿਵੇਂ ਆਪਾਂ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਜੀ, ਆਮ ਆਦਮੀ ਪਾਰਟੀ ਵੀ ਬੜਾ ਦਾਅਵਾ ਕਰਦੀ ਹੈ ਕਿ ਅਸੀਂ ਜਿਹੜੇ ਹੈਗੇ ਆ ਬੜੇ ਨਿਰਪੱਖ ਤੌਰ 'ਤੇ ਕੰਮ ਕਰਾਂਗੇ, ਮਤਲਬ ਅਸੀਂ ਚੰਗਾ ਪ੍ਰਸ਼ਾਸਨ ਦੇਵਾਂਗੇ। ਉਹ ਹਮੇਸ਼ਾ ਜਿਹੜਾ ਹੈਗਾ ਕੇਜਰੀਵਾਲ ਦੇ ਪ੍ਰਸ਼ਾਸਨ ਦਾ ਮਾਡਲ ਦੀ ਗੱਲ ਕਰਦੇ। ਤੁਹਾਨੂੰ ਮੈਂ ਇੱਕ ਹਾਸੇ ਵਾਲੀ ਗੱਲ ਦੱਸਦਾ ਕਿ ਹਰਸਿਮਰਤ ਸਿੰਘ ਮਾਨ ਦੇ ਨਾਲ ਕੋਈ ਪੱਤਰਕਾਰ ਜਾ ਰਹੇ ਸੀ ਜੀ, ਤੇ ਉਹਨੂੰ ਪੱਤਰਕਾਰ ਨੇ ਕਿਹਾ, ਮਾਨ ਸਾਹਿਬ ਤੁਸੀਂ ਹਰ ਵਾਰ ਜਿਹੜਾ ਹੈਗਾ ਮੁੱਦਿਆਂ ਦੇ ਆਧਾਰ ਦੇ ਉੱਤੇ ਵੋਟ ਨਹੀਂ ਮੰਗਦੇ ਹੈਗੇ ਜੀ, ਤੁਸੀਂ ਜਿਹੜੀ ਵੋਟ ਉਹ ਤੁਸੀਂ ਕਿਸ ਗੱਲ ਤੇ ਵੋਟ ਮੰਗਣਾ ਚਾਹੁੰਦੇ ਹੋ? ਉਹ ਕਹਿੰਦਾ ਜੀ ਅਸੀਂ ਇਸ ਗੱਲ ਤੇ ਮੰਗਣਾ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਚਾਦਰ ਹੈ ਬਿਲਕੁਲ ਸਫੇਦ ਹੈ, ਓਕੇ, ਕੋਈ ਭ੍ਰਿਸ਼ਟਾਚਾਰ ਨਹੀਂ ਹੈਗਾ। ਉਹ ਕਹਿੰਦੇ ਜੀ ਚਾਦਰ ਤਾਂ ਗੰਦੀ ਹੁੰਦੀ ਹੈ ਜੇ ਤੁਸੀਂ ਸੱਤਾ ਦੇ ਵਿੱਚ ਆਓਗੇ। ਠੀਕ ਹੈ, ਉਹਨਾਂ ਨੇ ਫਟਾਫਟ ਤਾਕੀ ਖੋਲ੍ਹੀ ਕਿ ਪੱਤਰਕਾਰ ਨੂੰ ਕਹਿੰਦੇ ਵੀ ਤੁਸੀਂ ਉਤਰੋ। ਠੀਕ ਹੈ, ਗੱਲ ਤਾਂ ਇਹ ਹੈ ਵੀ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਹੈ। ਨਹੀਂ, ਆਮ ਆਦਮੀ ਪਾਰਟੀ ਦਿੱਲੀ ਦਾ ਨਮੂਨਾ ਤਾਂ ਪੇਸ਼ ਕਰ ਰਹੀ ਹੈ ਨਾ। ਉਹ ਠੀਕ ਹੈ, ਉੱਥੇ ਜਿਹੜਾ ਹੈਗਾ ਉਹਦਾ ਮਾਡਲ ਤੇ ਪੰਜਾਬ ਦਾ ਮਾਡਲ ਹੋਰ ਅਲੱਗ ਨੇ, ਪਰ ਸਥਿਤੀਆਂ ਕੁਛ ਹੋਰ ਨੇ। ਇੱਥੇ ਧਰਮ ਦਾ ਮੁੱਦਾ ਜਿਹੜਾ ਧਰਮ ਵੀ ਹੈ, ਬੜਾ ਕੁਛ ਇੱਥੇ ਅਲੱਗ ਚੀਜ਼ ਹੈ। ਉੱਥੇ ਤਾਂ ਪੈਸਾ ਬਹੁਤ ਹੁੰਦਾ। ਤੇ ਦਰਸ਼ਨ ਜੀ, ਮਾਫੀ ਚਾਹਾਂਗਾ, ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਨੀ ਪਵੇਗੀ ਤੇ ਦਰਸ਼ਕਾਂ ਤੋਂ ਵੀ ਇਜਾਜ਼ਤ ਲੈਂਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮਿਲਾਂਗੇ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।